ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜਨਗੇ ਜਗਵੀਰ ਜੀ। ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖਿਆਂ ਦੇ ਨਾਲ ਜਿਹੜੇ ਇਲਾਜ ਆ ਵੱਖ ਵੱਖ ਬਿਮਾਰੀਆਂ ਦੇ ਦੱਸੇ ਜਾਂਦੇ ਆ। ਕੋਈ ਵੀ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਨਹੀਂ ਹੁੰਦਾ। ਪੁਰਾਣੇ ਜਿਹੜੀਆਂ ਹੋਮ ਰੈਮਡੀਜ਼ ਪੁਰਖਿਆਂ ਦੀਆਂ ਜਿਹੜੀਆਂ ਘਰੇਲੂ ਨੁਸਖੇ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਦੱਸੇ ਜਾਂਦੇ ਨੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਕਰਨੈਲ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਸਿੰਘ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਗਿੱਲ ਯੂਨੀਵਰਸਿਟੀ, ਗੁਰਮੀਤ ਚੱਲੀ ਐਸਕਲੋਨ, ਬੇਅੰਤ ਕੌਰ ਗੁਰਪ੍ਰੀਤ ਢਿੱਲੋਂ ਬਰਕਲੇ, ਸਤਨਾਮ ਸਿੰਘ ਕਮਲਜੀਤ ਬੈਂਸ ਡਰਲੌਕ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਸਾਰਿਆਂ ਦਾ। ਗੱਲ ਪਹਿਲਾਂ ਕਰਦੇ ਹਾਂ, ਜਿਹੜੇ ਕਹਿੰਦੇ ਤੇ ਗਰਮੀ ਸਰੀਰ 'ਚ ਜ਼ਿਆਦਾ ਵੀ ਸੇਕ ਜਾਂ ਨਿਕਲਦਾ ਹੈਗਾ, ਉਹ ਤਾਂ 2 ਫਿੱਗ ਜਿਹੜੇ ਹੁੰਦੇ ਸੀ ਅੰਜੀਰ, ਉਹ ਰਾਤ ਨੂੰ ਭਿਓ ਕੇ ਰੱਖ ਦੇਣੇ। 1 ਕੱਪ ਪਾਣੀ 'ਚ 2 ਚਮਚੇ ਸ਼ੱਕਰ ਦੇ ਪਾਣੇ ਹੈਗੇ ਵਿੱਚ। ਸਵੇਰ ਨੂੰ ਉੱਠ ਕੇ ਉਹ ਪਾਣੀ ਪੀ ਲਵੇਂ ਤੇ ਫਿੱਗ ਖਾ ਲਵੇਂ। 2 ਹਫ਼ਤੇ ਕਰੇ, ਸਾਰੀ ਗਰਮੀ ਨਿਕਲ ਜੂਗੀ ਜੀ ਬਾਹਰ। ਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਹੱਥ ਪੈਰਾਂ ਵਿੱਚ ਜਲਨ ਹੁੰਦੀ, ਗਰਮੀ ਹੁੰਦੀ, ਸੌਂਫ, ਧਨੀਆ ਤੇ ਮਿਸ਼ਰੀ, 3 ਚੀਜ਼ਾਂ ਬਰਾਬਰ ਲੈ ਕੇ 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਖਾ ਲਿਆ ਕਰੀ। ਹੱਥ ਪੈਰਾਂ ਤੇ ਇਹਨਾਂ ਦਾ ਸੇਕ ਨਿਕਲਦਾ ਹੈਗਾ, ਉਹ ਠੀਕ ਹੋ ਜੀ। ਜਿਹੜੇ ਖੜਲਾਂ ਕਹਿੰਦੇ ਸੀਗੇ ਪੈਂਦੀਆਂ ਹੈਗੀਆਂ, ਹਲਦੀ, ਔਲਾ ਤੇ ਸੁੰਢ, 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਇਹਦਾ ਆਪਣੇ ਤੁਸੀਂ ਲੈ ਲਿਆ ਕਰੋ। ਤੇ ਉਹਨੇ ਇਹਦੇ ਵਾਸਤੇ ਕਲੰਜਨ ਦਾ ਤੇਲ ਮਿਲਦਾ ਜੀ, ਬਣਿਆ ਬਣਾਇਆ ਕਲੰਜਨ ਦਾ ਤੇਲ। ਉਹਦੇ ਵਿੱਚ ਮੈਂ ਥੋੜ੍ਹਾ ਸਿੰਧਾ ਨੂੰ ਪਾ ਕੇ ਮਾਲਿਸ਼ ਕਰੋ, ਇਹਦੇ ਨਾਲ ਸਾਰੀ ਖੜਲਾਂ ਜਿਹੜੀਆਂ ਹਟ ਜਾਂਦੀਆਂ ਪੈਣੀਆਂ। ਜਾਂ ਫਿਰ ਉਹਨੇ ਲਸਣ ਤੇ ਜਵੈਣ, ਇਹਦਾ ਤੇਲ ਜਿਹਾ ਬਣਾ ਲਓ ਤੁਸੀਂ। ਲਸਣ ਤੇ ਜਵੈਣ ਪਾ ਕੇ ਸਰੋਂ ਦੇ ਤੇਲ ਪਾ ਉਹਨੂੰ ਸੇਕ ਲਗਾ ਕੇ, ਜਦ ਲਸਣ ਤੈਰ ਕੇ ਉੱਪਰ ਆ ਜਾਵੇ ਉਹ ਤੇਲ ਭੁੰਨ ਕੇ ਰੱਖ ਲਓ, ਉਹਦੇ ਨਾਲ ਮਾਲਿਸ਼ ਕਰੋ। ਉਹਦੇ ਨਾਲ ਵੀ ਖੜਲਾਂ ਆਪਣੇ ਠੀਕ ਹੋ ਜਾਂਦੀਆਂ। ਜਿਹੜੇ ਕਹਿੰਦੇ ਸੀਗੇ ਉਹਨੇ ਸਿਰ ਦੁਖਦਾ ਹੈਗਾ, ਮਾਈਗ੍ਰੇਨ ਜਿਹਾ ਹੈਗਾ, ਉਹਨਾਂ ਨੂੰ ਜਦੋਂ ਇਕੱਲਾ ਹੀ ਸਿਰ ਦੁਖਦਾ ਹੈਗਾ ਉਹਨਾਂ ਦਾ, ਤਾਂ ਉਹਨੇ ਕਈ ਵਾਰੀ ਸ਼ੱਕਰ 3-4 ਚਮਚੇ ਪਾਣੀ ਨਾਲ ਘੁਲ ਕੇ ਸ਼ੱਕਰ ਪੀ ਲਿਆ ਕਰੇ ਜੀ, 2 ਟਾਈਮ, ਸਵੇਰ ਨੂੰ ਤੇ ਸ਼ਾਮ ਨੂੰ। ਇਹ ਟਰਾਈ ਕਰਕੇ ਦੇਖ ਲਵੇਂ। ਜੇ ਉਹਨਾਂ ਨੂੰ ਲੱਗਦਾ ਵੀ ਅੱਧੇ ਸਿਰ ਦਾ ਦਰਦ ਹੈਗਾ ਤਾਂ ਆਪਣੇ ਬਾਰ ਅਜਵਾਇਣ ਸੁੰਘ ਸਕਦੇ ਹੈਗੇ। ਪੁਟਲੀ ਬਣਾ ਕੇ ਅਜਵਾਇਣ ਮੈਂ ਰੱਖ ਲਵੇ, ਜਾਂ ਪਿਆਜ਼ ਨੂੰ ਕੱਟ ਕੇ ਰੱਖ ਲਵੇ, ਉਹ ਸੁੰਘੀ ਜਾਵੇ ਉਹਨੂੰ। ਤੇ ਪੁੜਪੜੀਆਂ ਦੇ ਦੇਸੀ ਘੀ ਦੀ ਮਾਲਿਸ਼ ਕਰੇ। ਜੇ ਆਪਣੇ ਚੌਲ ਖਾਂਦੇ ਹੈਗੇ, ਉਹ ਤਾਂ ਆਪਣੇ ਚੌਲਾਂ ਦੇ ਉੱਤੇ ਸਫੇਦ ਚੌਲ ਬਣਾ ਕੇ ਸ਼ਹਿਦ ਪਾ ਕੇ ਖਾ ਲਿਆ ਕਰੇ। ਤੇ ਜੇ ਤਰਬੂਜ ਖਾਂਦੇ, ਤਰਬੂਜ ਦੇ ਉੱਤੇ ਸੌਂਫ ਪਾ ਕੇ ਖਾ ਸਕਦੇ ਹੈਗੇ। ਅੱਛਾ, ਵਾਰ ਨਹੀਂ, ਘੀ ਸੁੰਘੀ ਜਾਵੇ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ ਸਿਰ ਦੇ ਦਰਦ ਨੂੰ। ਅੱਛਾ, ਐਪਲ ਨੂੰ ਲਗਾ ਕੇ ਐਪਲ ਖਾ ਲਿਆ ਕਰੇ ਇਹਦੇ ਨਾਲ। ਤੇ ਔਲੇ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ। ਔਲੇ ਦਾ ਮੁਰੱਬਾ ਤੁਸੀਂ ਖਾ ਲਿਆ ਕਰੋ, 1 ਸਵੇਰ ਨੂੰ 1 ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਾਸਤੇ ਤੁਸੀਂ ਬਣਾ ਸਕਦੇ ਹੈਗੇ, ਮਣੱਕੇ ਲੈਣੇ ਹੈਗੇ 100 ਗ੍ਰਾਮ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 10 ਗ੍ਰਾਮ, ਮਿਸ਼ਰੀ ਲੈਣੀ ਹੈਗੀ 75 ਗ੍ਰਾਮ, ਤੇ ਮਗਾਂ 10 ਗ੍ਰਾਮ। ਇਹਨਾਂ ਨੂੰ ਕੁੱਟ ਕੇ ਤੁਸੀਂ ਉਹਨੇ ਮੋਟੇ ਸਭ ਬੇਰ ਜਿੰਨੀਆਂ ਗੋਲੀਆਂ ਹੁੰਦੀਆਂ, 3-4 ਗ੍ਰਾਮ ਦੀ ਗੋਲੀ, ਉਹ ਬਣਾ ਕੇ ਤੁਸੀਂ ਉਹਨੇ 1 ਗੋਲੀ ਖਾ ਲਿਆ ਕਰੋ ਰੋਜ਼। ਜਾਂ ਫਿਰ ਕਈ ਵਾਰੀ ਛੋਟੀ ਇਲਾਇਚੀਆਂ ਜਿਹੜੀਆਂ ਹੁੰਦੀਆਂ, ਛੋਟੀ ਇਲਾਇਚੀਆਂ ਨੂੰ ਵੀ ਤੁਸੀਂ ਉਹਨੇ ਥੈਲੀ ਪਾ ਕੇ ਰਗੜ ਕੇ ਉਹ ਵੀ ਤੁਸੀਂ ਸੁੰਘ ਸਕਦੇ। ਜਾਂ 5-7 ਇਲਾਇਚੀਆਂ ਤੁਸੀਂ ਉਹਨੇ ਕੁੱਟ ਕੇ ਪੋਟਲੀ ਜਿਵੇਂ ਬਣਾ ਕੇ ਉਹ ਸੁੰਘੀ ਚੱਲੋ ਵਾਰ-ਵਾਰ। ਜੇ ਕਹਿੰਦੇ ਹੈਗੇ ਮੂੰਹ ਦਾ ਸਵਾਦ ਕੌੜਾ ਰਹਿੰਦਾ ਹੈਗਾ, ਉਹ ਔਲੇ ਦਾ ਚੂਰਨ, ਔਲੇ ਜੇ ਕੱਚਾ ਔਲਾ ਹੁੰਦਾ, ਕੱਚਾ ਔਲਾ ਉਹ ਮੂੰਹਾਂ ਪਾ ਕੇ ਹੌਲੀ ਉਹਨੇ ਚੱਬੀ ਚੱਲੋ, ਇਹਦੇ ਨਾਲ ਮੂੰਹ ਜਿਹੜਾ ਕੌੜਾ ਹੈਗਾ ਉਹ ਠੀਕ ਹੋ ਜੂਗਾ ਜੀ। ਜੇ ਨਹੀਂ ਕੱਚਾ ਔਲਾ ਮਿਲਦਾ ਤਾਂ ਔਲੇ ਦਾ ਰਸੇ ਤੁਸੀਂ ਆਪਣੇ 3-4 ਚਮਚੇ, 4 ਚਮਚੇ ਸਵੇਰ ਨੂੰ ਪੀ ਲਏ, 4 ਚਮਚੇ ਸ਼ਾਮ ਨੂੰ ਪੀ ਲਏ। ਐਂ ਕਰਕੇ ਤੁਸੀਂ ਦੇਖ ਲਓ ਇਹਦੇ ਨਾਲ।
ਜਿਹੜੇ ਕਹਿੰਦੇ ਸੀਗੇ ਉਹਨੇ ਹਿਜਕੀ ਲੱਗੀ ਵੀ ਹੈਗੀ। ਹਿਜਕੀ ਵਾਸਤੇ ਤਾਂ ਉਹਨੇ ਤੁਸੀਂ ਨਿੰਬੂ ਤੇ ਸ਼ਹਿਦ ਤੇ ਕਾਲਾ ਨੂਣ ਇਹ ਮਿਕਸਚਰ ਕਰਕੇ ਹੌਲੀ ਚੱਟ ਲਿਆ ਕਰੋ ਤੁਸੀਂ। ਇਹਦੇ ਨਾਲ ਹਿਜਕੀ ਹਟ ਜਾਂਦੀ ਹੈਗੀ। ਜਾਂ ਅਦਰਕ ਥੋੜੇ ਗੱਠੀ ਜੀ ਮੂੰਹ ਪਾ ਕੇ ਅਦਰਕ ਦੀ ਉਹ ਚੂਸਣ ਲੱਗ ਗਏ, ਉਹਦੇ ਨਾਲ ਹਿਜਕੀ ਹਟ ਜਾਂਦੀ ਹੈਗੀ। ਇਹਦੇ ਨਾਲ ਫਿਰ ਉਹਨੇ ਥੋੜੀ ਜੌਂ ਖਾ ਘੀ ਦੇ ਵਿੱਚ ਮਿਲਾ ਕੇ ਇਹ ਪੀ ਲਵੇ ਤਾਂ ਉਹਨੇ ਜੌਂ ਖਾ ਲੈ ਕੇ ਅੱਧਾ ਚਮਚਾ ਪਾਣੀ ਨਾਲ ਘੋਲ ਕੇ ਥੋੜਾ ਦੇਸੀ ਘੀ ਪਾ ਕੇ ਉਹ ਪੀ ਲਵੇ, ਇਹਦੇ ਨਾਲ ਹਿਜਕੀ ਹਟ ਜਾਂਦੀ ਹੈਗੀ ਇਹਦੇ ਨਾਲ। ਜਾਂ ਫਿਰ ਉਹਨੇ ਗਰਮ ਗਰਮ ਦੁੱਧ ਪੀ ਲਵੇ, ਉਹਨੇ ਗਊ ਦਾ ਦੁੱਧ, ਉਹਦੇ ਨਾਲ ਹਟ ਜਾਂਦੀ ਹੈਗੀ ਹੈ। ਜਾਂ ਥੋੜੀ ਨੇ ਸਵਾਦ ਲੈ ਲਵੇ ਕਾਲੀ ਮਿਰਚਾਂ ਦੀ ਭਾਵੇਂ ਕੋਈ ਹੋਰ, ਜਾਂ ਅਦਰਕ ਦੀ ਉਹ ਲੈ ਲਵੇ, ਉਹਦੇ ਨਾਲ ਵੀ ਹਿਜਕੀ ਹਟ ਜਾਂਦੀ। ਛਿੱਕਾਂ ਜਿਹੀਆਂ ਆ ਕੇ ਉਹਦੇ ਨਾਲ ਹਿਜਕੀ ਹਟ ਜਾਂਦੀ ਹੁੰਦੀ ਹੈ। ਜਿਹੜੇ ਕਹਿੰਦੇ ਸੀਗੇ ਅੱਖਾਂ ਦੇ ਵਿੱਚੋਂ ਜਲਨ ਜੁਲਨ ਜੀ ਰਹਿੰਦੀ ਹੈਗੀ, ਪਾਣੀ ਆਉਂਦਾ ਹੈਗਾ ਅੱਖਾਂ 'ਚ, ਜਲਨ ਹੁੰਦੀ ਹੈ, ਦਰਦ ਜਿਹਾ ਹੁੰਦਾ, ਉਹਨਾਂ ਵਾਸਤੇ ਤੁਸੀਂ ਲੈ ਸਕਦੇ ਆ ਥੋੜ੍ਹਾ ਧਨੀਆ ਲੈਣਾ ਸੁੱਕਾ, ਉਹ ਆਪਣੇ ਪਾਣੀ ਦੇ ਵਿੱਚ ਉਬਾਲ ਲੈਣਾ ਜੀ ਚੰਗੀ ਤਰ੍ਹਾਂ ਐਨ। ਫਿਰ ਉਹਨੂੰ ਪੁਣ ਕੇ ਕੱਪੜੇ ਦੇ ਵਿੱਚ ਉਹਨੂੰ ਪੁਣਨਾ ਵੀ ਧਨੀਆ ਨਾ ਜਾਵੇ ਅੰਦਰ। ਕੱਪੜੇ ਉਹਨੂੰ ਪੁਣ ਕੇ ਉਹਦੀਆਂ ਦੋ ਤਿੰਨ ਬੂੰਦਾਂ ਤੁਸੀਂ ਦਿਨ 2-3 ਵਾਰੀ ਪਾ ਲਿਆ ਕਰੋ, ਇਹਦੇ ਨਾਲ ਥੱਲੇ ਹਟ ਜਾਣਗੀਆਂ। ਜਾਂ ਫਿਰ ਤੁਸੀਂ ਉਹਨੇ 5-6 ਚਮਚੇ ਤੁਸੀਂ ਉਹਨੇ ਗੁਲਾਬ ਜਲ ਲੈਣਾ ਹੈਗਾ, ਰੋਜ਼ ਵਾਟਰ, ਉਹਦੇ ਵਿੱਚ ਮੈਂ 1 ਚੁਟਕੀ ਤੁਸੀਂ ਉਹਨੇ ਛੋਟੀ ਜਿਹੀ ਪਾਣੀ ਚੁਟਕੀ ਉਹਨੇ ਫਟਕੜੀ ਦੀ, ਖਿੱਲ ਖੁੱਲ ਨਹੀਂ ਕਰਨੀ, ਐਂ ਪਾ ਲਓ ਭਾਵੇਂ, ਉਹ ਤੁਸੀਂ ਉਹਨੇ ਪਾ ਲਿਆ ਕਰੋ, ਇਹਦੇ ਨਾਲ ਥੋੜ੍ਹੀ ਠੀਕ ਹੋ ਜਾਂਦੀ ਅੱਖਾਂ ਦੀ ਤਕਲੀਫ। ਜਾਂ ਔਲੇ ਦਾ ਚੂਰਨ ਤੇ ਕਾਲੇ ਤਿਲ, ਇਹ ਬਰਾਬਰ ਲੈ ਕੇ ਇਹਨਾਂ ਬਰੀਕ ਪੀਸ ਕੇ ਕੱਪੜ ਛਾਣ ਕਰਕੇ ਇਹਦਾ ਸੁਰਮਾ ਜਿਹਾ ਬਣਾ ਲਓ ਤੁਸੀਂ। ਸੁਰਮਾ ਪਾਉਂਦੇ ਹੁੰਦੇ, ਉਹ ਸੁਰਮਾ ਤੁਸੀਂ ਪਾ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਅਨਾਰ ਦਾ ਹੀ ਰਸ 2 ਬੂੰਦਾਂ ਪਾ ਲਿਆ ਕਰੋ, ਇਹਦੇ ਨਾਲ ਵੀ ਸਾਰੀ ਆਪਣੇ ਅੱਖਾਂ ਦੀ ਤਕਲੀਫ ਦੂਰ ਹੋ ਜਾਊਗੀ। ਜਿਹੜੇ ਲੱਤਾਂ ਦਾ ਦਰਦ ਕਹਿੰਦੇ ਸੀਗੇ, ਲੱਤਾਂ ਦੁਖਦੀਆਂ ਹੈਗੀਆਂ, ਉਹਦਾ ਫੁੱਲ ਮਖਾਣੇ ਦੀ ਖੀਰ ਬਣਾ ਕੇ ਖਾ ਲਿਆ ਕਰੇ ਜੀ। ਦੇਸੀ ਘੀ ਦੇ ਵਿੱਚੋਂ ਫੁੱਲ ਮਖਾਣੇ ਭੁੰਨ ਕੇ ਉਹਦੇ ਦੁੱਧ ਪਾ ਕੇ ਖੀਰ ਜੀ ਬਣਾ ਕੇ ਖਾ ਸਕਦੇ ਆ ਤੁਸੀਂ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਿਸ਼ੋਰ ਗੁੱਗਲ ਦੀਆਂ ਗੋਲੀਆਂ ਬਣਾਈਆਂ ਮਿਲ ਜਾਂਦੀਆਂ ਜੀ। ਕਿਸ਼ੋਰ ਗੁੱਗਲ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਇਹਦੇ ਵਿੱਚੋਂ ਇਹ ਤੁਸੀਂ ਲੈ ਸਕਦੇ ਹੈਗੇ 1 ਕੱਪ ਦੇ ਦੁੱਧ ਦੇ ਵਿੱਚ 3-4 ਕਲੀਆਂ ਲਸਣ ਦੀਆਂ ਉਬਾਲ ਕੇ ਤੁਸੀਂ ਇਹ ਪੀ ਸਕਦੇ ਹੈਗੇ। ਇਹਦੇ ਪਹਿਲਾਂ ਤੁਸੀਂ ਉਹਨੇ ਲਸਣ ਦਾ ਦੁੱਧ ਜਿਹਾ ਬਣਾਉਣਾ, 1 ਚਮਚਾ ਔਲਾ ਪਾਊਡਰ ਲੈ ਲਓ, ਉੱਪਰ ਤੇ ਲਸਣ ਵਾਲਾ ਦੁੱਧ ਪੀ ਲਓ, ਇਹਦੇ ਨਾਲ ਲੱਤਾਂ ਨੂੰ ਬਹੁਤ ਦਰਦ ਛੇਤੀ ਆਰਾਮ ਆ ਜਾਊਗਾ ਇਹਦੇ ਨਾਲ। ਜਾਂ ਫਿਰ ਪਪੀਤੇ ਦਾ ਰਸ ਦੇ ਵਿੱਚ ਜਾਂ ਪਪੀਤਾ ਲੈ ਕੇ ਉਹਦੇ ਵਿੱਚ 4 ਚਮਚੇ ਅਦਰਕ ਦਾ ਰਸ ਪਾ ਕੇ ਉਹ ਤੁਸੀਂ ਉਹਨੇ ਖਾ ਵੀ ਸਕਦੇ ਹੈਗੇ, ਮਾਲਿਸ਼ ਵੀ ਕਰ ਸਕਦੇ ਹੈਗੇ ਇਹਦੀ ਉੱਤੇ। ਪਪੀਤੇ ਦਾ ਰਸ ਲੈ ਲਓ 4 ਚਮਚੇ ਉਹਨੇ ਅਦਰਕ ਦਾ ਰਸ ਲੈ ਕੇ ਇਹਦੀ ਮਾਲਿਸ਼ ਕਰ ਲਿਆ ਕਰੋ ਉਹਨੇ। ਜੇ ਤੁਹਾਡੇ ਸੋਜਾ ਲੱਗਦਾ ਹੈਗਾ ਤਾਂ ਤੁਸੀਂ ਪੁਨਰਵਾ ਆਸਬ ਲੈ ਸਕਦੇ ਹੈਗੇ ਸੋਜੇ ਵਾਸਤੇ। ਪੁਨਰਵਾ ਆਸਬ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ ਜੇ ਲੱਤਾਂ ਸੋਜਾ ਲੱਗਦਾ। ਜਾਂ ਫਿਰ ਸ਼ਤਾਵਰ ਲੈ ਸਕਦੇ ਹੈਗੇ 1 ਚਮਚਾ ਸ਼ਹਿਦ, ਕੋਸੇ ਦੁੱਧ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਪੱਕੇ ਵੇ ਕੇਲੇ ਖਾ ਲਿਆ ਕਰੋ ਜੇ ਲੱਤਾਂ ਦੇ ਸੋਜਾ, ਉਹਨਾਂ ਦੇ ਨੁਕਸੇ ਹੈ ਜੀ। ਜਾਂ ਫਿਰ ਅੱਧਾ ਚਮਚਾ ਤੁਸੀਂ ਸੁੰਡ ਲੈਣੀ ਹੈਗੀ ਤੇ 2 ਚਮਚੇ ਕਰੇਲੇ ਦਾ ਰਸ, 1 ਚਮਚਾ ਨਿੰਬੂ ਦਾ ਰਸ, ਇਹ ਆਪਣੇ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ 2 ਟਾਈਮ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਧੂਣੀ ਦੇ ਵਿੱਚ ਦਰਦ ਹੁੰਦਾ, ਉਹ ਆਪਣੇ ਖਸਖਸ ਤੇ ਕਾਲੀ ਮਿਰਚਾਂ ਬਰਾਬਰ ਤੁਸੀਂ ਲੈਣੀਆਂ ਹੈਗੀਆਂ ਤੇ ਇਹਦੇ 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਕੋਸੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਇਹ ਨੁਕਸਾ ਸਾਰੇ ਜੇ ਸਾਹ ਦੀ ਪ੍ਰੋਬਲਮ ਹੈਗਾ ਤਾਂ ਇਹ ਸਾਹ ਵਾਸਤੇ ਵੀ ਯੂਜ ਕਰ ਸਕਦੇ ਹੈਗੇ ਤੁਸੀਂ। ਉਹਦੇ ਜੇ ਸਾਹ ਦੀ ਬਿਮਾਰੀ ਤਾਂ ਉਹਦੇ ਵਿੱਚੋਂ ਤੁਸੀਂ ਅੱਧਾ ਹੀ ਚਮਚਾ ਲੈਣਾ ਹੈਗਾ।
ਦਰਦ ਵਾਸਤੇ ਤੁਸੀਂ 1 ਚਮਚਾ ਲੈਣਾ। ਜਾਂ ਫਿਰ ਆਪਣੇ ਲਸਣ ਸਰੋਂ ਦੇ ਤੇਲ ਦੇ ਵਿੱਚ ਲਸਣ ਪਾ ਕੇ, ਥੋੜੀ ਕਲੌਂਜੀ ਪਾ ਕੇ ਤੇ ਉਹਦਾ ਤੁਸੀਂ ਆਪਣੇ ਤੇਲ ਜਿਹਾ ਬਣਾ ਕੇ, ਕਲੌਂਜੀ ਤੇ ਲਸਣ ਦਾ ਤੇਲ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਇਹਦੇ ਵਿੱਚ ਯੋਗਰਾਜ ਗੂਗਲ ਦੀਆਂ ਤੁਸੀਂ ਗੋਲੀਆਂ ਖਾ ਲਿਆ ਕਰੋ, ਜਾਂ ਜੇ ਨਹੀਂ ਉਹ ਮਿਲਦੇ ਤਾਂ ਯੋਗਰਾਜ ਗੂਗਲ ਦੀਆਂ ਗੋਲੀਆਂ ਮਿਲ ਜਾਂਦੀਆਂ, ਉਹ ਤੁਸੀਂ 2 ਖਾ ਲਈਆਂ ਸਵੇਰ ਨੂੰ, 2 ਸ਼ਾਮ ਨੂੰ। ਇਹਦੇ ਨਾਲ ਵੀ ਦਰਦ ਹਟ ਜਾਂਦਾ। ਤੁਸੀਂ ਜਾਂ ਫਿਰ ਤੁਸੀਂ ਉਹਨੇ ਕੁਆਰ ਦਾ ਰਸ, ਤੁਸੀਂ ਕੁਆਰ ਦਾ ਗੁੱਦਾ ਜਿਹੜਾ ਹੁੰਦਾ ਉਹ ਤੁਸੀਂ ਉਹਨੇ ਘੀਵਾ ਭੁੰਨ ਕੇ ਥੋੜ੍ਹੀ ਵਿੱਚਾਂ ਸੁੰਡ ਵੀ ਪਾ ਸਕਦੇ ਹੈਗੇ, ਥੋੜ੍ਹਾ ਸ਼ਹਿਦ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਅੱਗੇ ਪੁੱਛਦੇ ਸੀਗੇ ਮੋਤੀਆ ਬਿੰਦ ਵਾਸਤੇ, ਜਿੱਦਾਂ ਮੋਤੀ ਆ ਜਾਂਦਾ ਅੱਖਾਂ 'ਚ। ਅੱਜ ਕੱਲ੍ਹ ਤਾਂ ਚਲਾਈ ਇੱਥੇ ਮਿਲ ਜਾਂਦੀ, ਚਲਾਈ ਜਿਹੜੀ ਸਾਗ ਵਾਲੀ ਹੁੰਦੀ, ਚਲਾਈ ਪੱਤੇ, ਉਹਦਾ ਹੀ ਰਸ ਕੱਢ ਕੇ 2 ਬੂੰਦਾਂ ਪਾ ਲਿਆ ਕਰੋ, ਉਹਦੇ ਨਾਲ ਮੋਤੀਆ ਖਤਮ ਹੋ ਜਾਂਦਾ ਹੁੰਦਾ ਜੀ, ਵਧੀਆ। ਨਹੀਂ ਤਾਂ ਪਿਆਜ਼ ਦਾ ਰਸ, ਸਫੇਦ ਪਿਆਜ਼ ਦਾ ਰਸ ਲੈ ਲਓ 1 ਚਮਚਾ, ਥੋੜ੍ਹਾ ਵਿੱਚ ਸ਼ਹਿਦ ਪਾ ਕੇ ਉਹ ਮਿਕਸਚਰ ਜਿਹਾ ਬਣਾ ਕੇ ਰੱਖ ਲਓ, 2 ਬੂੰਦਾਂ ਤੁਸੀਂ ਉਹ ਪਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਆਪਣੇ ਲਸਣ, ਜੇ ਤੁਸੀਂ ਆਨੇ 40 ਦਿਨ 2-3 ਕਲੀਆਂ ਲਸਣ ਦੀਆਂ ਅਸੀਂ ਖਾਣੀਆਂ ਜੀ ਸਵੇਰ ਨੂੰ ਉੱਠ ਕੇ ਖਾਲੀ ਪੇਟ, ਉਹਦੇ ਨਾਲ ਵੀ ਆਪਣੇ ਮੋਤੀਆ ਬਿੰਦ ਨਹੀਂ ਉਤਰਦਾ ਇਹਦੇ ਨਾਲ, ਜੇ ਲਸਣ ਤੁਸੀਂ ਖਾ ਲਓ। ਤਾਂ ਮੈਂ ਮੂਲੀ ਦਾ ਰਸ ਤੁਸੀਂ 2 ਚਮਚੇ ਲੈ ਸਕਦਾ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਉਹਨੇ 2 ਬੂੰਦਾਂ ਪਾ ਲਿਆ ਕਰੋ ਤੁਸੀਂ। ਜਾਂ ਜੇ ਬਾਹਲਾ ਤਿੱਖਾ ਕਰਨਾ ਹੁੰਦਾ, ਮੂਲੀ ਦਾ ਰਸ 2 ਚਮਚੇ, 1 ਚਮਚਾ ਤੁਸੀਂ ਨਿੰਬੂ ਦਾ ਰਸ, ਸ਼ਹਿਦ, ਇਹ ਪਾ ਕੇ ਤੁਸੀਂ ਇਹ ਲਗਾ ਸਕਦੇ ਹੈਗੇ ਅੱਖਾਂ 'ਚ। ਜਿਹੜੇ ਕਹਿੰਦੇ ਠੰਡ ਜਿਹੀ ਲੱਗਦੀ ਹੈਗੀ, ਉਹ ਆਪਣੇ ਤਿਲਾਂ ਦੇ ਲੱਡੂ ਲੈ ਲਿਆ ਕਰੇ, ਤਿਲਾਂ ਦੇ ਲੱਡੂ ਖਾ ਲਏ, ਤਿਲਾਂ ਦੇ ਲੱਡੂ ਬਣਾ ਕੇ ਉਹ ਖਾ ਸਕਦੇ ਹੈਗੇ। ਨਹੀਂ ਤਾਂ ਫਿਰ ਉਹਨੇ ਤੁਸੀਂ 2 ਲੌਂਗ ਮੂੰਹਾਂ ਪਾ ਕੇ ਉਹ ਚੂਸੀ ਚੱਲੋ, ਲੌਂਗ ਵੀ ਗਰਮ ਹੁੰਦੇ, ਇਹ ਵੀ ਠੰਡ ਨੂੰ ਹਟਾ ਦਿੰਦੇ, ਜਿਹੜੇ ਕਹਿੰਦੇ ਠੰਡ ਲੱਗਦੀ ਹੈਗੀ। ਜਿਹੜੇ ਕਹਿੰਦੇ ਸੀਗੇ ਛਾਈਆਂ ਪਈਆਂ ਵੀ ਹੈਗਾ, ਇਹ ਤੁਸੀਂ ਐਲੋਵੀਰਾ ਦਾ ਗੁੱਦਾ ਲੈਣਾ ਹੈਗਾ, ਐਲੋਵੀਰਾ, ਤੇ ਉਹਦੇ ਵਿੱਚੋਂ ਥੋੜ੍ਹੇ ਨਿੰਬ ਦੇ ਪੱਤੇ ਪੀ ਕੇ ਉਹਨਾਂ ਨੂੰ ਉਹਦੀ ਮਤਲਬ ਪੇਸਟ ਜਿਹਾ ਬਣਾ ਲਈ, ਉਹ ਤੁਸੀਂ ਛਾਈਆਂ 'ਤੇ ਲਗਾਓ, ਉਹਦੇ ਨਾਲ ਸਾਰੀ ਛਾਈਆਂ ਹਟ ਜਾਣਗੀਆਂ ਜੀ, ਐਲੋਵੀਰਾ ਅਤੇ ਨਿੰਮ ਦੇ ਪੱਤੇ। ਫਿਰ ਤੁਸੀਂ ਨਿੰਬ ਦਾ ਤੇਲ ਤੁਸੀਂ ਲਗਾ ਸਕਦੇ ਹੈਗੇ ਛਾਈਆਂ ਦੇ ਉੱਤੇ, ਨਿੰਬ ਦਾ ਤੇਲ ਲਗਾ ਲਓ, ਉਹ ਛਾਈਆਂ ਨੂੰ ਹਟਾਉਂਦਾ। ਫਿਰ ਨਹੀਂ ਤਾਂ ਛੋਲਿਆਂ ਦੇ ਆਟੇ ਦੇ ਵਿੱਚੋਂ, ਬੇਸਣ ਦੇ ਵਿੱਚੋਂ ਅਰੰਡੀ ਦਾ ਤੇਲ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਓ, ਇਹ ਛਾਈਆਂ ਨੂੰ ਹਟਾ ਦਿੰਦਾ ਹੈਗਾ। ਨਹੀਂ ਤਾਂ ਥੋੜ੍ਹੀ ਪੁਦੀਨਾ ਲੈ ਕੇ ਸ਼ਰਾਬ ਪਾ ਕੇ ਉਹਦੀ ਚਟਨੀ ਬਣਾ ਕੇ ਪੇਸਟ ਜਿਹਾ, ਉਹ ਤੁਸੀਂ ਲਗਾ ਸਕਦੇ ਹੈਗੇ ਛਾਈਆਂ 'ਤੇ, ਉਹਦੇ ਨਾਲ ਵੀ ਹਟ ਜਾਂਦੀਆਂ ਛਾਈਆਂ ਜੀ ਇਹਦੇ ਨਾਲ। ਨਹੀਂ ਤਾਂ ਤੁਲਸੀ ਦਾ ਰਸ ਅਤੇ ਨਿੰਬੂ ਦਾ ਰਸ, ਇਹ ਬਰਾਬਰ ਲੈ ਕੇ ਇਹ ਛਾਈਆਂ 'ਤੇ ਦਿਨ ਬਾਅਦ 2-3 ਵਾਰੀ ਲਗਾ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਪਿਆਜ਼ ਦਾ, ਨਿੰਬ ਦਾ ਤੇਲ, ਨਿੰਬ ਦੇ ਤੇਲ ਦੇ ਵਿੱਚ ਥੋੜ੍ਹਾ ਲੂਣ ਮਿਲਾ ਕੇ ਇਹ ਤੁਸੀਂ ਲਗਾ ਲਿਆ ਕਰੋ, ਇਹ ਛੇਤੀ ਜ਼ਿਆਦਾ ਅਸਰ ਕਰੇਗਾ ਛਾਈਆਂ 'ਤੇ ਉੱਤੇ। ਅੱਗੇ ਪੁੱਛਦੇ ਸੀਗੇ ਆਪਣੇ ਕਛਰਾਲੀ ਸੀਗੀ, ਜਿਹੜੀ ਕਛਰਾਲੀ, ਉਹਨੇ ਜਵਾਰ ਦੇ ਆਟੇ ਨੂੰ ਭੇਡ ਦੇ ਦੁੱਧ ਵਾਂ ਪੀ ਕੇ ਖੀਰ ਜੀ ਬਣਾ, ਉਬਾਲ ਕੇ ਖੀਰ ਜੀ ਬਣਾ ਕੇ ਉਹ ਤੁਸੀਂ ਲਗਾਓ, ਇਹਦੇ ਨਾਲ ਹਟ ਜਾਂਦੀ ਕਛਰਾਲੀ। ਨਹੀਂ ਤਾਂ ਜੇ ਇੰਡੀਆ ਹੈਗਾ ਭਾਈ ਤਾਂ ਬੋਰ ਦਾ ਦੁੱਧ ਲਗਾਓ, ਉਹਦੇ ਨਾਲ ਹਟ ਜਾਂਦੀ ਹੈਗੀ। ਜਾਂ ਫਿਰ 1 ਗੱਠਾ ਤੁਸੀਂ ਤਿਲਾਂ ਦੇ ਤੇਲ ਦੇ ਵਿੱਚੋਂ ਭੁੰਨ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ 1 ਇੱਥੇ ਮਿਲਦੀ ਹੈਗੀ ਰਿਆਉਂਦ ਚੀਨੀ ਕਹਿੰਦੇ ਜੀ ਉਹਨੂੰ, ਰਿਆਉਂਦ ਚੀਨੀ, ਉਹ ਤੁਸੀਂ ਕਣਕ ਦੇ ਆਟੇ ਵਾਂ ਮਿਕਸ ਕਰਕੇ ਗਰਮ ਕਰਕੇ ਥੋੜ੍ਹਾ ਜਿਹਾ ਕੁ ਸਰਿਆ, ਉਹ ਤੁਸੀਂ ਕਛਰਾਲੀ 'ਤੇ ਲਗਾ ਸਕਦੇ ਹੈਗੇ। ਨਹੀਂ ਤਾਂ ਆਪਣੇ ਗੁੜ ਅਤੇ ਗੁੱਗਲ ਅਤੇ ਰਾਈ, ਇਹਨਾਂ ਨੂੰ ਪੀਸ ਕੇ ਬਰੀਕ ਕਰਕੇ ਪਾਣੀ ਮੈਂ ਘੋਲ ਕੇ ਉਹਦਾ ਮੋਟਾ ਜਿਹਾ ਕੜਾ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਓ। ਨਹੀਂ ਤਾਂ ਜਵਾਰ ਦੇ ਆਟੇ ਦੇ ਵਿੱਚ ਦੁੱਧ ਪਾ ਕੇ ਖੀਰ ਜੀ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ।
ਜਿਹੜੇ ਪਿਛਲੇ ਵਾਰੀ ਪੁੱਛਦੇ ਸੀਗੇ ਵੀ ਪ੍ਰੈਗਨੈਂਟ ਹੈਗੀ ਲੇਡੀ, ਉਹਨੂੰ ਉਲਟੀਆਂ ਆਉਂਦੀਆਂ ਹੈਗੀਆਂ, ਉਹਦੇ ਵਿੱਚੋਂ ਤੁਸੀਂ ਆਪਣੇ ਇੱਕ ਗਲਾਸ ਪਾਣੀ ਦੇ ਵਿੱਚੋਂ 3-4 ਲੌਂਗ ਭਿਓ ਕੇ ਰੱਖ ਦਿਓ, ਉਹ ਥੋੜ੍ਹਾ ਥੋੜ੍ਹਾ ਪਾਣੀ ਪੀ ਲਿਆ ਕਰੋ ਤੁਸੀਂ। ਨਹੀਂ ਤਾਂ ਇੱਕ ਪਾਣੀ ਦੇ ਵਿੱਚੋਂ ਛੋਟੀ ਇਲਾਇਚੀਆਂ ਦਾ ਪਾਊਡਰ ਪਾ ਕੇ ਨਿੰਬੂ ਨਿਚੋੜ ਕੇ ਉਹ ਘੁੱਟ ਕਰਕੇ, ਸਾਰਾ ਨਹੀਂ ਇੱਕੋ ਲਗਤ ਪੀਣਾ, ਘੁੱਟ ਕਰਕੇ ਪੀਣਾ ਹੈਗਾ ਸਾਰੀਆਂ ਚੀਜ਼ਾਂ। ਤੇ ਅਨਾਰ ਦਾ ਜੂਸ ਪੀ ਸਕਦੇ ਹੈਗੇ ਘੁੱਟ ਕਰਕੇ ਤੁਸੀਂ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਧਨੀਆ ਜਿਹੜਾ ਹੁੰਦਾ, ਇੱਕ ਜੱਗ ਪਾਣੀ ਦੇ ਵਿੱਚ 40 ਗ੍ਰਾਮ ਧਨੀਆ ਭਿਓ ਕੇ ਰੱਖ ਦਿਓ, ਉਹਨੂੰ ਸਵੇਰ ਨੂੰ ਮਸਲ ਕੇ ਤੇ ਉਹ ਪਾਣੀ ਛਾਣ ਲੈਣਾ ਹੈਗਾ, ਫਿਰ ਉਹ ਘੁੱਟ ਕਰਕੇ ਪਾਣੀ ਪੀ ਜਾਣਾ, ਇਹਦੇ ਨਾਲ ਹਟ ਜਾਂਦੀਆਂ। ਫਿਰ ਸੰਗਤਰਾ ਤੁਸੀਂ ਖਾ ਸਕਦੇ ਹੈਗੇ, ਸੰਗਤਰਾ ਖਾਓ ਹਾਂ ਤੁਸੀਂ ਇਹਦੇ ਵਿੱਚੋਂ, ਜੇ ਸੰਗਤਰਾ ਖਾਓ ਉਹਨੇ ਗਲੇ ਥਾਲੇ ਜੂਸ ਲਈ ਉਹਨੇ ਕਮੀ ਪੂਰੀ ਕਰ ਦੂਗਾ, ਅੰਦਰ ਗਲੇ ਉਹਨੇ ਉਲਟੀਆਂ ਨਹੀਂ ਆਉਂਦੀਆਂ ਇਹਦੇ ਨਾਲ। ਜਾਂ ਫਿਰ ਮਲੱਠੀ ਤੁਸੀਂ ਮਲੱਠੀ ਤੁਸੀਂ ਯੂਜ਼ ਕਰ ਸਕਦੇ ਹੈਗੇ, ਜਾਂ ਮਲੱਠੀ ਦੀ ਚਾਹ ਜੀ ਬਣਾ ਕੇ ਉਹਨੇ ਪੀ ਸਕਦੇ, ਪਾਣੀ ਨਾਲ ਉਬਾਲ ਕੇ ਉਹ ਘੁੱਟ ਕਰਕੇ ਪੀ ਲਿਆ ਕਰੋ ਤੁਸੀਂ। ਤੇ ਇਹਦੇ ਵਿੱਚੋਂ ਚਟਨੀ ਜੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ, ਅਨਾਰ ਦਾ ਨੱਤ ਦੇਣਾ, ਨਿੰਬੂ ਕਾਲਾ ਨੂਣ ਪਾ ਕੇ ਇਹਦੀ ਚਟਨੀ ਜੀ ਬਣਾ ਕੇ ਖਾ ਲਿਆ ਕਰੋ ਤੁਸੀਂ ਇਹਦੇ ਵਿੱਚ। ਜਿਹੜੇ ਕਹਿੰਦੇ ਹੈ ਆਪਣੇ ਪੇਟ ਦੇ ਵਿੱਚ ਆਪਣੇ ਗੋਲਾ ਜਿਹਾ ਵੱਜਦਾ ਹੈਗਾ ਗੈਸ ਜੀ ਦਾ, ਉਹ ਤੁਸੀਂ ਨੇ 10 ਗ੍ਰਾਮ ਕਾਲਾ ਨੂਣ ਲੈਣਾ ਹੈਗਾ, 10 ਗ੍ਰਾਮ ਪੀਲੀਆਂ ਹਰੜਾਂ ਲੈਣੀਆਂ ਹੈਗੀਆਂ ਤੇ 10 ਗ੍ਰਾਮ ਸੁਨਾਹ ਦੇ ਪੱਤੇ ਲੈਣੇ ਹੈਗੇ। ਇਹ ਤਿੰਨੇ ਚੀਜ਼ਾਂ ਪੀ ਕੇ 1 ਚਮਚਾ ਤੁਸੀਂ ਗਰਮ ਪਾਣੀ ਨਾਲ ਰਾਤ ਨੂੰ ਲੈਣਾ ਹੈਗਾ ਇਹਦੇ ਵਿੱਚ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ 200 ਗ੍ਰਾਮ ਅਜਵਾਇਣ ਲੈਣੀ ਹੈਗੀ, ਇਹਨੂੰ ਉਹਨੇ ਕੁਆਹ ਦਾ ਗੁੱਦਾ ਪਾ ਕੇ ਇਹਦੇ ਵਿੱਚੋਂ ਇਹਨੂੰ ਕੁੱਟ ਲੈਣਾ ਬਰੀਕ ਕਰਕੇ, ਅਜਵਾਇਣ ਕੁਆਹ ਦੇ ਗੁੱਦੇ ਦੇ ਵਿੱਚੋਂ ਮਿਕਸ ਕਰਕੇ ਇਹਨਾਂ ਉਹਨੇ ਧੁੱਪੇ ਪਾ ਦੇਣਾ ਹੈਗਾ। ਉਹਦਾ ਜਿਹਾ ਚੂਰਨ ਜਿਹਾ ਜਿਹੜਾ ਬਣੂਗਾ ਉਹ ਤੁਸੀਂ ਇੱਕ ਚਮਚਾ ਚੂਰਨ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ, ਜਿਹਦੇ ਵਿੱਚੋਂ ਨਿੰਬੂ ਪਾ ਕੇ ਤੁਸੀਂ 2-4 ਨਿੰਬੂ ਪਾ ਕੇ ਨਿਚੋੜ ਕੇ ਫਿਰ ਐਂ ਸਕਾ ਦੇਵੇ ਤਾਂ ਹੋਰ ਵੀ ਛੇਤੀ ਜ਼ਿਆਦਾ ਅਸਰ ਕਰੂਗਾ ਸਾਰਾ ਹੱਥ ਇਹਦੇ ਉੱਤੇ। ਜਾਂ ਫਿਰ ਅਦਰਕ ਦੇ ਰਸ ਦੇ ਵਿੱਚੋਂ ਨਿੰਬੂ ਨਿਚੋੜ ਕੇ 2 ਚਮਚੇ ਅਦਰਕ ਦਾ ਰਸ, ਅੱਧਾ ਚਮਚਾ ਨਿੰਬੂ ਦਾ ਰਸ, 1 ਚਮਚਾ ਸ਼ਹਿਦ ਮਿਲਾ ਕੇ ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤਾਂ ਉਹਨੇ ਧਨੀਆ ਉਬਾਲ ਕੇ ਪੀ ਲਿਆ ਕਰੋ ਥੋੜ੍ਹਾ ਜਿਹਾ, ਚਾਹੇ ਸੁੱਕਾ ਚਾਹੇ ਥਾਲੇ ਹਰਾ, ਉਹ ਪੀ ਲਿਆ ਕਰੋ, ਇਹਦੇ ਨਾਲ ਵੀ ਖਾਰਾ ਜਿਹਾ ਹਟ ਜਾਂਦਾ ਹੈਗਾ ਜਿਹੜੀ ਗੈਸ ਗੂਸ ਜੀ ਹੁੰਦੀ। ਨਹੀਂ ਤਾਂ ਦਾਲਚੀਨੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਹੈਗਾ, ਉਹ ਖੰਡ ਦਾ ਪਤਾਸਾ ਜਿਹੜਾ ਹੁੰਦਾ ਉਹਦੇ ਵਿੱਚੋਂ 5 ਬੂੰਦਾਂ ਪਾ ਕੇ ਤੁਸੀਂ ਉਹਨੇ ਉਹ ਪੀ ਲਿਆ ਕਰੋ। ਫਿਰ ਅਰੰਡੀ ਦਾ ਤੇਲ ਇਹਦੇ ਵਿੱਚੋਂ ਵਧੀਆ ਰਹਿੰਦਾ ਜੀ, 2-3 ਚਮਚੇ ਤੁਸੀਂ ਗਰਮ ਦੁੱਧ ਨਾਲ ਪਾ ਕੇ ਰਾਤ ਨੂੰ ਪੈਣ ਲੱਗੇ ਪੀ ਲਓ। ਇਹਦੇ ਨਾਲ ਤੁਹਾਨੂੰ ਐਂ ਪੇਟ ਕਲੀਨ ਹੋ ਜਾਊਗਾ, ਤੁਹਾਡੀ ਗੈਸ ਜਿਹੜੀ ਬਣਦੀ ਹੈਗੀ ਉਹ ਹਟ ਜੂਗੀ ਇਹਦੇ ਨਾਲ ਜਿਹੜੀ ਬਣਦੀ ਹੈਗੀ। ਨਹੀਂ ਤਾਂ ਆਪਾਂ 1 ਚੁਟਕੀ ਤੁਸੀਂ ਆਪਣੇ ਹਿੰਗ ਦੀ ਲੈਣੀ ਹੈਗੀ ਤੇ ਅੱਧਾ ਚਮਚਾ ਰਾਈ ਜਿਹੜੀ ਹੁੰਦੀ ਉਹ ਮਿਕਸ ਕਰਕੇ ਤੁਸੀਂ ਆਪਣੇ ਲੈ ਲਓ, ਉਹਦੇ ਨਾਲ ਵੀ ਆਪਣੇ ਸਾਰੀ ਗੈਸ ਜਿਹੜੀ ਖਤਮ ਹੋ ਜਾਂਦੀ। ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਆਪਣੇ ਇਹਦੇ ਵਿੱਚੋਂ ਪਾਈਨਐਪਲ ਪੀ ਸਕਦੇ ਹੈਗੇ, ਪਾਈਨਐਪਲ ਦਾ ਜੂਸ ਪੀ ਲਓ ਰੋਟੀ ਖਾਣੇ ਤੋਂ ਬਾਅਦ, ਇਹਦੇ ਨਾਲ ਵੀ ਗੈਸ ਨਹੀਂ ਬਣਦੀ ਹੈਗੀ। ਫਿਰ ਛੋਟੀ ਇਲਾਇਚੀਆਂ ਤੁਸੀਂ 3-4 1 ਚੁਟਕੀ ਛੋਟੀਆਂ ਇਲਾਇਚੀਆਂ ਦਾ ਚੂਰਨ, 1 ਚੁਟਕੀ ਹਿੰਗ ਦੀ ਤੇ ਅੱਧਾ ਨਿੰਬੂ ਨਿਚੋੜ ਕੇ ਪਾਣੀ ਦੇ ਗਲਾਸ ਨਾਲ ਪਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜਾਮਣਾ ਦਾ ਸਿਰਕਾ ਜਿਹੜਾ ਹੁੰਦਾ, ਜਾਮਣਾ ਦਾ ਸਿਰਕਾ 1 ਗਲਾਸ ਦੇ ਵਿੱਚੋਂ 2 ਚਮਚੇ ਪਾ ਕੇ ਉਹ ਪੀ ਲਿਆ ਕਰੋ, ਉਹ ਵੀ ਆਪਣੇ ਸਾਰੀ ਗੈਸ ਨੂੰ ਕੰਟਰੋਲ ਕਰ ਦੂਗਾ ਜੀ। ਜਿਹੜੇ ਕਹਿੰਦੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ ਉਹ ਤੁਸੀਂ ਇਹਨੇ ਮੇਥੀ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ ਰੋਜ਼, ਅੰਗੂਰ ਜ਼ਿਆਦਾ ਰੋਜ਼ ਖਾਇਆ ਕਰੋ। ਫਿਰ ਭੁੰਨੇ ਹੋਏ ਛੋਲੇ ਤੁਸੀਂ ਗੁੜ ਦੇ ਨਾਲ ਖਾ ਸਕਦੇ ਹੈਗੇ, ਤਿਲਾਂ ਦੇ ਲੱਡੂ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ 1 ਗੱਠੀ ਅਦਰਕ ਦੀ ਲੈ ਕੇ 5-7 ਕਾਲੀਆਂ ਮਿਰਚਾਂ ਪਾਉਣੀਆਂ, 3-4 ਦਾਣੇ ਮੁਨੱਕੇ ਦੇ ਪਾਉਣੇ ਹੈਗੇ, 3-4 ਦਾਣੇ ਪਿਸਤੇ ਦੇ ਪਾ ਕੇ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਰੋਜ਼। ਤੇ ਨਹੀਂ ਤਾਂ ਬਣੀ ਬਣਾਈ ਗੋਲੀਆਂ ਮਿਲ ਜਾਂਦੀਆਂ ਜੀ, ਚੰਦਰ ਪ੍ਰਭਾ ਬੱਟੀ ਕਹਿੰਦੇ ਹਨ, ਚੰਦਰ ਪ੍ਰਭਾ ਬੱਟੀ। ਜੇ ਤਾਂ ਤੁਹਾਨੂੰ ਜ਼ਿਆਦਾ ਤਕਲੀਫ ਹੈ 2 ਗੋਲੀਆਂ ਤੁਸੀਂ ਸਵੇਰ ਨੂੰ ਖਾ ਸਕਦੇ ਹੈਗੇ, 1 ਗੋਲੀ ਸ਼ਾਮ ਨੂੰ, ਐਂ ਕਰ ਲਿਆ ਕਰੋ। 3 ਗੋਲੀਆਂ ਖਾਣੀਆਂ ਹੈਗੀਆਂ, 2 ਗੋਲੀਆਂ ਇੱਕ ਟਾਈਮ ਖਾ ਲਈਆਂ, 1 ਗੋਲੀ ਇੱਕ ਟਾਈਮ ਖਾ ਲਈ, ਇਹਦੇ ਨਾਲ ਸਾਰੇ ਫਰਕ ਪੈ ਜਾਏ
ਪੈ ਜਾਂਦਾ ਜੀ ਪਿਸ਼ਾਬ ਨਾਲ ਫਰਕ। ਜਾਂ ਫਿਰ ਆਪਣੇ ਔਲੇ ਦਾ ਜੂਸ ਜਾਂ ਤਾਜ਼ੇ ਵਾਲੇ ਜੂਸ ਵੀ ਹੈਗਾ ਸਾਰੇ ਕੋਲ। 4 ਚਮਚੇ ਔਲਿਆਂ ਦਾ ਜੂਸ ਲੈਣਾ, 2 ਚਮਚੇ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਜਿਹੜੀ ਆ ਪੇਅਰਾਂ ਹੁੰਦੀਆਂ, ਪੇਅਰ ਨਾਸਪਾਤੀਆਂ ਜਿਹਨਾਂ ਨੂੰ ਕਹਿੰਦੇ, ਉਹਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹ ਵੀ ਪਿਸ਼ਾਬ ਬੰਦ ਘੱਟ ਕਰ ਦਿੰਦਾ ਜੀ। ਸਰੀਰ ਦੇ ਅੱਗੇ ਜਿਹੜੇ ਕਹਿੰਦੇ ਸੀਗੇ ਉਹਨੇ ਗੁੰਝ ਨਹੀਂ ਜੀ ਹੋਈ ਵੀ, ਇਹ ਗੁੰਝ ਨਹੀਂ ਹੋਈ ਵੀ, ਉਹ ਤਾਂ ਇਮਲੀ ਦੇ ਬੀਜ ਤੁਸੀਂ ਪਾਣੀ ਨਾਲ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਤ੍ਰਿਫਲਾ ਚੂਰਨ ਤੁਸੀਂ 1 ਗਲਾਸ ਪਾਣੀ ਨਾਲ ਭਿਓ ਕੇ ਰੱਖ ਦੇਣਾ, ਸਵੇਰ ਨੂੰ ਭੁੰਨ ਕੇ ਉਹਦੇ ਨਾਲ ਤਾਂ ਕਦੇ ਪਾਣੀ ਨਾਲ ਅੱਖਾਂ ਧੋਣੀਆਂ ਹੈਗੀਆਂ। ਜਾਂ ਫਿਰ ਰਾਤ ਨੂੰ ਪੈਣ ਲੱਗੇ ਤੁਸੀਂ 1 ਚਮਚਾ ਤ੍ਰਿਫਲਾ ਪਾਊਡਰ ਉਹ ਦੁੱਧ ਨਾਲ ਲੈ ਲਿਆ ਕਰੋ, ਇਹਦੇ ਨਾਲ ਵੀ ਤੁਹਾਡੀ ਗੁੰਝ ਨਹੀਂ ਠੀਕ ਹੋ ਜਾਂਦੀ। ਜਾਂ ਫਿਰ ਨਹੀਂ ਤਾਂ ਲੌਂਗ ਜਿਹੜੇ ਹੁਣ ਉਹ ਪਾਣੀ ਨਾਲ ਘਸਾ ਕੇ ਲੇਪ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੋ ਗੁੰਝ ਨਹੀਂ ਦੇ ਉੱਤੇ। ਜਾਂ ਫਿਰ ਤੁਸੀਂ ਉਹਨੇ ਤੁਲਸੀ ਦਾ ਰਸ ਥੋੜ੍ਹਾ ਲੈ ਕੇ 10 ਪੱਤਿਆਂ ਦਾ ਰਸ ਜਿਹਾ ਕੱਢ ਕੇ ਵਿੱਚੋਂ ਥੋੜ੍ਹੇ ਲੌਂਗ ਬਰੀਕ ਮਿਕਸ ਜਿਹਾ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਿਆ ਕਰੋ। ਜਿਹੜੇ ਕਹਿੰਦੇ ਗਦੂਦਾਂ ਵਧੀਆਂ ਵੀ ਹੈਗੀਆਂ, ਉਹਦੇ ਵਾਸਤੇ ਤੁਸੀਂ ਅਲਸੀ ਵਧੀਆ ਰਹਿੰਦੀ ਤੇ ਚਵਾ ਤੁਸੀਂ ਅਲਸੀ 1 ਚਮਚਾ ਰੋਜ਼ ਖਾ ਲਿਆ ਕਰੋ। ਅਲਸੀ ਦੇ ਤੇਲ ਦੇ ਵਿੱਚ ਵੀ ਤੁਸੀਂ ਆਪਣੇ ਰੋਟੀ ਪਾਣੀ ਦਾਲ ਸਬਜ਼ੀ ਬਣਾ ਸਕਦੇ ਹੈਗੇ ਉਹਦੇ ਵਿੱਚੋਂ। ਤੇ ਇਹਦੇ ਵਿੱਚੋਂ ਤੁਸੀਂ ਲਾਜਵੰਤੀ ਦੇ ਬੀਜ ਇਹ ਮਿਲ ਜਾਂਦੇ ਸਟੋਰਾਂ 'ਚ। ਲਾਜਵੰਤੀ ਦੇ ਬੀਜ 1 ਚਮਚਾ ਬੀਜਾਂ ਦਾ ਤੇ 1 ਚਮਚਾ ਖੰਡ ਦਾ, ਇਹ ਮਿਕਸ ਕਰਕੇ ਉਹਨੇ ਲੱਸੀ ਨਾਲ ਲੈਣਾ ਜੀ। ਤੇ ਦਹੀਂ ਦੀ ਲੱਸੀ ਨਾਲ ਇਹ ਖਾ ਕੇ ਉੱਪਰੋਂ ਦਹੀਂ ਦੀ ਲੱਸੀ ਪੀ ਲੈਣੀ ਹੈਗੀ। ਇਹਦੇ ਨਾਲ ਤੇ ਤੁਸੀਂ ਉਹਨੇ ਪਖੜਾ ਤੇ ਇੱਕ ਦਵਾਈ ਹੁੰਦੀ ਹੈ ਇੱਟ ਸਿੱਟ ਕਹਿੰਦੇ ਜੀ, ਇਹ ਦੋ ਬਰਾਬਰ ਲੈ ਕੇ 1 ਚਮਚੇ ਦਾ ਕਾੜਾ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਪੰਪਕਿਨ ਦੇ ਬੀਜ ਜਿਹੜੇ ਹੁੰਦੇ, ਕੱਦੂ ਦੇ ਬੀਜ, ਉਹ ਤੁਸੀਂ ਖਾ ਲਿਆ ਕਰੋ, ਉਹ ਵਧੀਆ ਰਹਿੰਦੇ ਹੈਗੇ ਇਹਦੇ ਵਿੱਚੋਂ। ਫਿਰ ਟੋਫੂ ਜਿਹੜਾ ਹੁੰਦਾ ਟੋਫੂ ਉਹ ਤੁਸੀਂ ਖਾ ਸਕਦੇ ਹੈਗੇ। ਸਨਫਲਾਵਰ ਦੇ ਬੀਜ ਖਾ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਫਿਰ ਜਿਹੜੀ ਗੂਸਬੇਰੀ ਹੁੰਦੀ ਉਹਦਾ ਜੂਸ ਤੁਸੀਂ ਉਹਨੇ ਪੀ ਸਕਦੇ ਹੈਗੇ। ਜਾਂ ਫਿਰ ਜਿਹੜੇ ਤਰਬੂਜ ਦੇ ਬੀਜ ਹੁੰਦੇ ਹੈਗੇ, ਤਰਬੂਜ ਦੇ ਬੀਜ ਉਹ ਤੁਸੀਂ ਉਹਨੇ ਕੁੱਟ ਕੇ ਉਹਨਾਂ ਚੂਰਨ ਜਿਹਾ ਬਣਾ ਕੇ ਉਹਨਾਂ ਦਾ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ। ਨਹੀਂ ਤਾਂ ਐਂ ਕਰਨਾ ਪਾਣੀ ਨਾਲ ਉਬਾਲ ਕੇ ਕਾੜਾ ਜਿਹਾ ਬਣਾ ਕੇ ਉਹ ਪੀ ਸਕਦੇ ਹੈਗੇ ਤੁਸੀਂ ਭਾਵੇਂ। ਇਹਦੇ ਵਾਸਤੇ ਮਲੱਠੀ ਦੇ ਵਿੱਚ ਚੰਗੀ ਰਹਿੰਦੀ ਹੈਗੀ, 1/2 ਚਮਚਾ ਤੁਸੀਂ ਮਲੱਠੀ ਦੇ ਲੈ ਲਿਆ ਕਰੋ। ਤੇ ਪੀਲੀ ਹਾਰਟਾਂ ਬਹੁਤ ਵਧੀਆ ਇਹਦੇ ਵਿੱਚੋਂ, ਜਿਹਨਾਂ ਨੂੰ ਪ੍ਰੈਸਟੇਟ ਦੀ ਪ੍ਰੋਬਲਮ ਹੈ, ਜਿਹੜੀ ਪੀਲੀ ਹਾਰਟਾਂ ਹੁੰਦੀਆਂ ਉਹ ਤੁਸੀਂ ਆਪਣੇ 1 ਚਮਚਾ ਰੋਜ਼ ਲੈ ਸਕਦੇ ਹੈਗੇ ਤੁਸੀਂ। 1 ਚਮਚਾ ਸਵੇਰ ਨੂੰ ਲੈ ਲਓ, ਭਾਵੇਂ 1 ਚਮਚਾ ਸ਼ਾਮ ਨੂੰ ਲੈ ਲਓ, ਵਿਗਾੜ ਤਾਂ ਹੈ ਨਹੀਂ ਇਹਦਾ। ਤੇ ਇਹਦੇ ਵਿੱਚੋਂ ਤੁਸੀਂ ਜਿਹੜੇ ਫਿਰ ਪਿਛਲੇ ਬਾਲ ਝੜਦੇ ਸੀਗੇ, ਉਹਨੇ ਬੇੜਾ ਜਿਹੜਾ ਬੇੜਾ ਉਹਦਾ ਚੂਰਨ ਲੈ ਕੇ ਤੁਸੀਂ ਪਾਣੀ ਨਾਲ ਘੋਲ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਸਿਰ ਮਾ ਲਗਾਓ, ਉਹਦੇ ਨਾਲ ਬਾਲ ਝੜਨੇ ਹਟ ਜਾਂਦੇ ਜੀ ਉਹਦੇ ਨਾਲ। ਨਹੀਂ ਤਾਂ 1 ਕੱਪ ਦਹੀਂ ਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ ਉਹਨੇ ਥੋੜ੍ਹੀ ਵਿੱਚੋਂ ਕਾਲੀ ਮਿਰਚ ਪਾ ਲਓ ਚੁਟਕੀ, ਉਹਦੇ ਨਾਲ ਤੁਸੀਂ ਬਾਲ ਧੋਲੇ ਕਰੋ ਆਪਣੇ। ਜਾਂ ਫਿਰ ਸੁੱਕੇ ਵਾਲੇ ਪਾਣੀ ਨਾਲ ਭਿਓ ਕੇ ਤੁਸੀਂ ਉਹਦਾ ਲੇਪ ਜਿਹਾ ਬਣਾ ਕੇ ਲਗਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਤਿਲਾਂ ਦੇ ਲੱਡੂ ਤੁਸੀਂ ਬਣਾ ਕੇ ਖਾ ਸਕਦੇ ਹੈ ਗੁੜ ਦੇ ਵਿੱਚ। ਇਹ ਖਾਣੇ ਹੈਗੇ ਜੀ, ਇਹਦੇ ਨਾਲ ਤਾਂ ਸਾਰੇ ਬਾਲ ਝੜਨੇ ਹਟ ਜਾਣਗੇ, ਗਲੇ ਸਾਰੇ ਆਵੇਂ ਬਾਲ ਐਨ ਨਰਮ ਰੇਸ਼ਮੀ ਹੋ ਜਾਣਗੇ ਜੀ। ਫਿਰ ਬਦਾਮ ਤੇ ਕਲੌਂਜੀ ਦਾ ਤੇਲ ਤੇ ਓਲੀਵ ਆਇਲ ਇਹ ਤੁਸੀਂ ਇਕੱਠੇ ਕਰਕੇ ਬਰਾਬਰ ਇਹਨਾਂ ਦੀ ਮਾਲਿਸ਼ ਕਰ ਸਕਦੇ ਹੈਗੇ ਸਿਰ ਦੇ ਉੱਤੇ। ਫਿਰ 300 ਗ੍ਰਾਮ ਨਹੀਂ ਤਾਂ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, 30 ਗ੍ਰਾਮ ਵਿੱਚ ਔਲੇ ਪਾ ਦੇਣੇ ਹੈਗੇ, ਸੁੱਕੇ ਔਲੇ। ਇਹਨਾਂ ਨੂੰ ਅੱਗ ਤੇ ਹੌਲੀ ਹੌਲੀ ਮਿੱਠੀ ਅੱਗ ਤੇ ਗਰਮ ਕਰਨਾ ਹੈਗਾ। ਇਹਨਾਂ ਨੂੰ ਜਦ ਸਾਰਾ ਰੰਗ ਜਿਹਾ ਔਲਿਆਂ ਦਾ ਤੇਲ ਦੇ ਵਿੱਚ ਆ ਜਾਵੇ, ਉਹ ਤੇਲ ਭੁੰਨ ਕੇ ਤੁਸੀਂ ਆਪਣੇ ਲਗਾਓ। ਅੱਗੇ ਕਹਿੰਦੇ ਦਿਲ ਦੀ ਧੜਕਣ ਤੇਜ਼ ਹੋਈ ਵੀ ਹੈਗੀ,
ਉਹ 1 ਚਮਚਾ ਸ਼ਾਇਦ ਖਾ ਲੈਣਾ। ਉਹਦੇ ਅੱਧੇ ਘੰਟੇ ਬਾਅਦ ਆਪਣੇ ਦਹੀਂ ਦੀ ਲੱਸੀ ਪੀ ਲੈਣੀ ਹੈਗੀ। ਨਹੀਂ ਤਾਂ ਆਪਣੇ 2 ਚਮਚੇ ਔਲਿਆਂ ਦਾ ਪਾਊਡਰ ਤੇ ਦਹੀਂ ਦੇ ਵਿੱਚੋਂ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਤੇ ਨਹੀਂ ਤਾਂ ਆਪਣੇ ਦਹੀਂ ਦੇ ਵਿੱਚੋਂ ਤੁਸੀਂ ਮੇਥੀ ਜਿਹੜੀ ਬਰੀਕ ਪੀਸ ਕੇ ਉਹ ਤੁਸੀਂ ਪਾ ਕੇ ਖਾ ਸਕਦੇ ਹੈਗੇ। ਤੇ ਉਹਨੇ ਗਾਜਰਾਂ ਦੇ ਜੂਸ ਦੇ ਵਿੱਚੋਂ 1 ਗਲਾਸ ਗਾਜਰਾਂ ਦੇ ਤੁਸੀਂ 1 ਨਿੰਬੂ ਨਿਚੋੜ ਕੇ ਤੁਸੀਂ ਉਹ ਪੀ ਲਿਆ ਕਰੋ। 10-15 ਦਾਣੇ ਤੁਸੀਂ ਆਪਣੇ ਪਿਸਤੇ ਦੇ ਹੀ ਖਾ ਲਿਆ ਕਰੋ। ਇਹ ਆਪਣੇ ਧੜਕਣ ਨੂੰ ਠੀਕ ਕਰ ਦਿੰਦੇ ਹੈਗੇ। ਨਹੀਂ ਤਾਂ 4-5 ਪੱਤੇ ਅਨਾਰ ਦੇ ਪੱਤੇ ਜਿਹੜੇ ਹੁੰਦੇ 4-5 ਪੱਤੇ ਲੈ ਕੇ ਪਾਣੀ ਨਾਲ ਉਬਾਲ ਕੇ ਤੁਸੀਂ ਉਹਦੀ ਚਾਹ ਜਿਹੀ ਬਣਾ ਕੇ ਸਵੇਰੇ ਸਾਂਝੇ ਉਹ ਪੀ ਸਕਦੇ ਹੈਗੇ। ਤੁਸੀਂ ਅੱਧਾ ਚਮਚਾ ਗਲੋਹ ਦਾ ਤੇ ਅੱਧਾ ਚਮਚਾ ਬ੍ਰਹਮੀ ਪਾਊਡਰ ਦਾ ਇਹ ਤੁਸੀਂ ਲੈ ਸਕਦੇ ਹੈਗੇ ਜਿਹਨਾਂ ਦਾ ਦਿਲ ਜ਼ਿਆਦਾ ਤੇਜ਼ ਧੜਕਦਾ ਹੈਗਾ। ਤੇ 100 ਗ੍ਰਾਮ ਪਪੀਤਾ ਤੇ 2 ਲੌਂਗ ਪੀਸ ਕੇ ਪਾ ਕੇ ਤੁਸੀਂ ਰੋਜ਼ ਖਾ ਸਕਦੇ ਹੈਗੇ। ਸੁੱਕਾ ਧਨੀਆ 1 ਚਮਚਾ ਤੇ 1 ਚਮਚਾ ਮਿਸ਼ਰੀ ਇਹ ਤੁਸੀਂ ਖਾ ਸਕਦੇ ਹੈਗੇ। ਤੇ ਸਿਓ ਦਾ ਮੁਰੱਬਾ ਖਾ ਸਕਦੇ ਹੈਗੇ ਇਹਦੇ ਵਿੱਚੋਂ ਇਹ ਠੀਕ ਕਰ ਦਿੰਦਾ ਹੈਗਾ। ਤੇ ਗਾਜਰਾਂ ਦੀ ਖੀਰ ਬਣਾ ਕੇ ਤੁਸੀਂ ਸ਼ੱਕਰ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਇਹਦੇ ਨਾਲ ਇਹ ਦਿਲ ਦੀ ਧੜਕਣ ਠੀਕ ਹੋ ਜਾਂਦੀ ਹੈ। ਪਿੱਤੇ ਦੀ ਪੱਥਰੀ ਵਾਸਤੇ ਕਹਿੰਦੇ ਸੀਗੇ ਜੀ। ਪਿੱਤੇ ਦੀ ਪੱਥਰੀ ਵਾਸਤੇ ਕਰਦੇ ਵੀ 6 ਬਦਾਮ ਲੈਣੇ ਹੈਗੇ, 6 ਮਣੱਕੇ ਤੇ 1 ਚਮਚਾ ਖਰਬੂਜੇ ਦੇ ਬੀਜਾਂ ਦਾ ਤੇ 2 ਛੋਟੀ ਇਲਾਇਚੀਆਂ ਤੇ 10 ਗ੍ਰਾਮ ਕੂਜਾ ਮਿਸ਼ਰੀ ਲੈਣੀ ਹੈਗੀ। ਤੇ ਇਹਦੇ ਵਿੱਚੋਂ ਤੁਸੀਂ ਇਹਨਾਂ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ ਪਾਣੀ 'ਚ। ਤੇ ਇਹਦੇ ਬਦਾਮਾਂ ਦੇ ਛਿੱਲਕ ਲਾ ਕੇ ਮਨੱਕੇ ਦੀ ਗਿਰੀਆਂ ਕੱਢ ਕੇ ਬੀਜ ਕੱਢ ਕੇ ਤੇ ਦੁੱਧ ਪਾ ਕੇ ਮਿਕਸੀ ਜਿਵੇਂ ਘੋਟ ਕੇ ਤੁਸੀਂ ਇਹ ਪੀ ਸਕਦੇ ਹੈਗੇ। ਨਿੰਬ ਦੇ ਪੱਤੇ ਤੇ ਆੜੂ ਜਿਹੜਾ ਪੀਚਸ ਹੁੰਦੀ ਉਹਨਾਂ ਦਰਖਤਾਂ ਦੇ ਪੱਤੇ ਸੁਕਾ ਕੇ ਉਹਨਾਂ ਨੂੰ ਤੇ ਤੁਸੀਂ ਅੱਧਾ ਕੁ ਚਮਚਾ ਕਾਂਜੀ ਦੇ ਨਾਲ ਲੈਣਾ ਹੈਗਾ। ਇਹ ਫਿਰ ਭਖੜਾ ਦਾ ਚੂਰਨ ਤੁਸੀਂ ਅੱਧਾ ਚਮਚਾ ਕਾਂਜੀ ਦੇ ਨਾਲ ਤੁਸੀਂ ਇਹ ਲੈ ਸਕਦੇ ਹੈਗੇ। ਸੰਦ ਦੇ ਬੀਜ ਪੀ ਕੇ ਤੁਸੀਂ ਸੰਦ ਦੇ ਬੀਜ ਜਿਹੜੇ ਹੁੰਦੇ ਉਹ ਤੁਸੀਂ ਆਪਣੇ ਅੱਧਾ ਕੁ ਚਮਚਾ ਬੱਕਰੀ ਦੇ ਦੁੱਧ ਨਾਲ ਲੈਣਾ ਹੈਗਾ ਜੀ। ਇਹ ਜੇ ਇੰਡੀਆ ਭਾਈ ਹੈਗਾ ਤਾਂ ਇਹ ਖਟਕਲ ਦੀ ਜੜ ਦਾ ਚੂਰਨ ਉੱਥੇ ਪੰਸਾਰੀਆਂ ਤੋਂ ਮਿਲ ਜੂਗਾ। ਅੱਧਾ ਚਮਚਾ ਇਹ ਬੱਕਰੀ ਦੇ ਦੁੱਧ ਨਾਲ ਲੈਣਾ। ਜਾਂ ਫਿਰ ਫਾਲਸੇ ਦੀ ਜੜ ਦਾ ਚੂਰਨ ਅੱਧਾ ਚਮਚਾ ਇਹ ਤਾਜ਼ੇ ਪਾਣੀ ਨਾਲ ਤੁਸੀਂ ਲੈਣਾ ਹੈਗਾ ਇਹਦੇ ਵਿੱਚੋਂ। ਤੇ ਇਹਦੇ ਵਿੱਚ ਮੈਂ ਫਿਰ ਕੁਮਾਰੀ ਆਸਬ ਵੀ ਚੰਗਾ ਰਹਿੰਦਾ ਜੀ। ਇਹਦੇ ਵਿੱਚ ਕੁਮਾਰੀ ਆਸਬ 4 ਚਮਚੇ ਤੁਸੀਂ ਆਪਣੇ ਲੈ ਲਿਆ ਕਰੋ। ਇਹ ਆਪਣੇ ਪੇਟ ਦੀ ਬਿਮਾਰੀਆਂ ਵਾਸਤੇ ਵੀ ਠੀਕ ਹੈ, ਪਿੱਤੇ ਦੀ ਪੱਥਰੀ ਵਾਸਤੇ ਵੀ ਠੀਕ ਰਹਿੰਦਾ ਜੀ। ਜਿਹੜੇ ਉਹ ਕਹਿੰਦੇ ਸੀਗੇ ਵੀ ਦਿਮਾਗ ਮਤੇ ਰੇਸ਼ਾ ਜਿਹਾ ਡਿੱਗਦਾ ਹੈਗਾ ਉਹ ਸੌਰੀ ਐਤਕੀ ਵੀ ਮੈਂ ਪ੍ਰੋਗਰਾਮ 'ਚ ਐਡ ਨਹੀਂ ਕਰੂੰਗਾ। ਮੁੱਢਲੀ ਵੀਕ ਤੁਹਾਨੂੰ ਦੱਸੂਗਾ ਜੀ। ਐਤਕੀ ਟਾਈਮ ਬਾਹਲਾ ਲੱਗਿਆ ਨਹੀਂ ਪ੍ਰੋਗਰਾਮ ਬਣਾਉਣੇ ਨੂੰ। ਬਾਕੀ ਜਿਹੜੇ ਅਥਰਾਈਟਸ ਦੇ ਕਹਿੰਦੇ ਸੀਗੇ ਉਹ ਆਪਣੇ ਕੁਆਰ ਦਾ ਗੁੱਦਾ ਜਿਹੜਾ ਹੁੰਦਾ ਅੱਧਾ 1 ਇੰਚ 1.5 ਇੰਚ ਦਾ ਟੁਕੜਾ ਲੈ ਕੇ ਦੇਸੀ ਘੀ ਦੇ ਵਿੱਚੋਂ ਭੁੰਨ ਕੇ ਤੁਸੀਂ ਉਹ ਆਪਣੇ ਖਾ ਸਕਦੇ ਹੈਗੇ ਜੀ ਰੋਜ਼। ਫਿਰ ਦੁੱਧ ਦੇ ਵਿੱਚੋਂ ਹਲਦੀ ਪਾ ਕੇ ਤੁਸੀਂ ਰੋਜ਼ ਖਾ ਸਕਦੇ ਹੈਗੇ। ਯੋਗਰਾਜ ਗੂਗਲ ਦੀਆਂ ਗੋਲੀਆਂ ਤੁਸੀਂ 2 ਰੋਜ਼ ਖਾ ਸਕਦੇ ਹੈਗੇ। ਇਹਦੇ 'ਚ ਨਹੀਂ ਤਾਂ ਸੁੰਡ ਮਗਾਂ ਤੇ ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਤੁਸੀਂ ਇਹ ਰੋਜ਼ ਖਾ ਲਿਆ ਕਰੋ। ਗਲੇ ਖਾਂਸੀ ਵਾਸਤੇ ਵੀ ਠੀਕ ਹੈ। ਇਹ ਬਲਗਮ ਵਾਸਤੇ ਗਲੇ ਦਰਦਾਂ ਵਾਸਤੇ ਵੀ ਠੀਕ ਰਹਿੰਦੀ ਇਹ ਚੀਜ਼। ਇਹਦੇ ਵਿੱਚੋਂ ਫਿਰ ਹਾੜਾਂ ਦਾ ਚੂਰਨ ਤੁਸੀਂ ਲੈਣਾ ਹੈਗਾ 1 ਚਮਚਾ ਤੇ 2 ਚਮਚੇ ਅਰੰਡੀ ਦਾ ਤੇਲ ਇਹ ਮਿਕਸ ਕਰਕੇ ਤੁਸੀਂ ਇਹ ਖਾਣਾ ਹੈਗਾ ਜੀ। ਤੁਸੀਂ ਤੇ ਉੱਪਰ ਤੇ ਉਹਨੇ ਕੋਸਾ ਜਿਹਾ ਆਪਣੇ ਦੁੱਧ ਪੀ ਲਿਆ, ਗਰਮ ਪਾਣੀ ਪੀ ਲਿਆ। ਇਹ ਫਿਰ ਅੱਧਾ ਚਮਚੇ ਸੁੰਡ ਦਾ ਤੁਸੀਂ ਆਪਣੇ ਕਾਂਜੀ ਨਾਲ ਲੈਣਾ ਜੀ। ਅੱਧਾ ਚਮਚਾ ਸੁੰਡ ਕਾਂਜੀ ਨਾਲ ਲਾਓ ਤੁਸੀਂ। ਇਹ ਵੀ ਅਥਰਾਈਟਸ ਵਾਸਤੇ ਠੀਕ ਰਹਿੰਦੀ ਹੈ ਜੀ। ਜਾਂ ਫਿਰ ਗ੍ਰੀਨ ਟੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ ਅਥਰਾਈਟਸ ਵਾਸਤੇ। ਜਾਂ ਫਿਰ ਤੁਸੀਂ ਕਲੌਂਜੀ, ਮੇਥੀ ਤੇ ਅਜਵਾਇਣ ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ ਅੱਧਾ ਚਮਚਾ ਤੁਸੀਂ ਰੋਜ਼ ਹੀ ਦਾ ਲੈ ਸਕਦੇ ਹੈਗੇ। ਫਿਰ ਖੀਰੇ ਦਾ ਜੂਸ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਜੀ। ਖੀਰੇ ਦਾ ਜੂਸ ਤੁਸੀਂ ਰੋਜ਼ ਪੀਏ ਕਰੋ। ਇਹ ਵੀ ਅਥਰਾਈਟਸ ਵਾਸਤੇ ਠੀਕ ਰਹਿੰਦਾ ਹੈਗਾ ਜੀ। ਅੱਗੇ ਫਲਵੈਰੀ ਵਾਸਤੇ ਪੁੱਛਦੇ ਸੀਗੇ ਉਹ ਤਾਂ ਜਿਹੜਾ ਅੰਜੀਰ ਦੇ ਦਰਖਤ ਹੁੰਦਾ ਜੀ ਉਹਦੇ ਪੱਤਿਆਂ ਦਾ ਰਸ ਤੁਸੀਂ ਲਗਾ ਸਕਦੇ ਹੈਗੇ ਇਹਦੇ ਉੱਤੇ। ਜਾਂ ਫਿਰ ਐਲੋਕੌਨ ਮਿਲਦੀ ਹੈਗੀ
ਮੱਲਮ ਬਣੀ ਮਲਾਈ ਐਲੋਕੋਨ ELOCON, ਇਹ ਤੁਸੀਂ ਉਹਦੇ ਉੱਤੇ ਲਗਾ ਸਕਦੇ ਹੈਗੇ। ਨਹੀਂ ਤੁੰਮੇ ਦੀ ਚਟਨੀ ਬਣਾ ਕੇ ਤੁਸੀਂ ਉਸ ਪੈਰੀ 'ਤੇ ਲਗਾ ਸਕਦੇ ਹੈਗੇ। ਫਿਰ 2 ਅਖਰੋਟ ਤੁਸੀਂ ਰੋਜ਼ ਖਾਣ ਲੱਗ ਜਾਓ, ਇਹਦੇ ਨਾਲ ਵੀ ਜਿਹੜੇ ਸਕਿਨ ਪ੍ਰੋਬਲਮ ਆ ਉਹ ਠੀਕ ਲੱਗ ਜਾਂਦੀਆਂ ਜੀ। ਹੁਣ ਟਾਈਮ ਲੱਗੂਗਾ ਪਰ ਹੋਣ ਲੱਗ ਜਾਂਦੀਆਂ ਜੀ ਠੀਕ ਇਹਦੇ ਨਾਲ। ਫਿਰ ਨਹੀਂ ਤਾਂ ਆਪਣੇ ਤੁਸੀਂ ਇਹਦੇ ਨਾਲ ਅਨਾਰ ਦੇ ਛਿਲਕੇ ਬਾਵਚੀ ਦੇ ਤੇਲ ਦੇ ਵਿੱਚ ਮਿਕਸ ਕਰਕੇ ਲਗਾ ਸਕਦੇ ਹੈ। ਤੁਸੀਂ ਬਾਵਚੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਹੈਗਾ। ਅਨਾਰ ਦੇ ਛਿਲਕੇ ਤੁਸੀਂ ਸੁਕਾ ਕੇ ਉਹਨਾਂ ਦਾ ਪਾਊਡਰ ਜਿਹਾ ਬਣਾ ਕੇ ਉਹ ਮਿਕਸ ਕਰਕੇ ਤੁਸੀਂ ਉਹ ਲਗਾ ਸਕਦੇ ਹੈਗੇ ਤੁਸੀਂ। ਫਿਰ ਉਹਨੇ ਤੁਲਸੀ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਨੂੰ ਛਾਵਾਂ ਸੁਕਾ ਕੇ 1 ਚਮਚਾ ਸਵੇਰ ਨੂੰ ਖਾਣਾ ਹੈਗਾ ਅਤੇ 1 ਚਮਚਾ ਸ਼ਾਮ ਨੂੰ ਖਾਣਾ ਹੈਗਾ ਉਹਦਾ। ਨਹੀਂ ਤਾਂ 1 ਚਮਚੇ ਦੇ ਸਟਾਰਟ ਕਰ ਦਿਓ ਪਹਿਲਾਂ, ਜੇ ਫਾਇਦਾ ਦਿਖੇ ਤਾਂ 2 ਕਰ ਦਿਓ, ਨਹੀਂ ਤਾਂ ਇੱਕ ਚਮਚਾ ਹੀ ਬਹੁਤ ਹੋਊਗਾ ਤੁਲਸੀ ਦਾ। ਤਾਂ 2 ਨਹੀਂ ਲੈਣੇ, 1 ਚਮਚੇ ਦੇ ਸਟਾਰਟ ਕਰਨਾ ਤੁਸੀਂ ਪਹਿਲਾਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਤਾਰੇ ਮੀਰੇ ਦੇ ਬੀਜ ਪੀ ਕੇ ਤੁਸੀਂ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਛੋਲਿਆਂ ਦੇ ਆਟੇ ਦੀ ਤੁਸੀਂ ਰੋਟੀ ਬਣਾ ਕੇ ਖਾਇਆ ਕਰੋ, ਨੂਨ ਨਾਲ ਇਹਦੇ ਵਿੱਚ ਘੱਟ ਕਰ ਦਿਓ ਜਿਹਨੂੰ ਫਲਵੈਰੀ ਹੁੰਦੀ ਹੈਗੀ। ਜਾਂ ਫਿਰ ਤੁਸੀਂ ਉਹਨੇ ਚਲੋ ਅੱਗੇ ਕਹਿੰਦੇ ਸੀਗੇ ਜਿਹੜੇ ਉਹਨੇ ਜਿਹੜੇ ਤਾਂ ਦਿਲ ਦੀ ਪ੍ਰੋਬਲਮ ਦੱਸਦੇ ਸੀਗੇ, ਦਿਲ ਵਿੱਚ ਪ੍ਰੋਬਲਮ ਜੀ ਰਹਿੰਦੀ ਹੈ ਕੋਈ ਭਾਰੀ ਰਹਿੰਦਾ ਜਾਂ ਕੋਈ ਦਰਦ ਮਾੜਾ ਮੋਟਾ ਹੁੰਦਾ ਹੈਗਾ ਇਹਦੇ ਵਿੱਚ, ਤਾਂ ਤੁਸੀਂ ਆਪਣੇ ਅੰਗੂਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਜੇ ਦਿਲ ਦੇ ਵਿੱਚੋਂ ਤੁਸੀਂ ਆਪਣੇ ਥੋੜ੍ਹਾ ਦਰਦ ਜਿਹਾ ਫੀਲ ਕਰਦੇ ਅੰਗੂਰ ਤੁਸੀਂ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਹਾਨੂੰ ਅਜਵਾਇਨ ਉਹ ਤੁਸੀਂ 1 ਚਮਚਾ ਅਜਵਾਇਨ ਦਾ ਲੈ ਸਕਦੇ ਹੈਗੇ। ਫਿਰ ਔਲੇ ਦਾ ਮੁਰੱਬਾ ਤੁਸੀਂ ਲੈ ਸਕਦੇ ਹੈਗੇ 3-4 ਬੂੰਦਾਂ। ਜੇ ਥਾਰੇ ਦਰਦ ਫੀਲ ਹੁੰਦਾ, ਥਾਰੇ ਦਰਦ ਜਿਹਾ ਹੋਣ ਲੱਗਿਆ ਜਾਂ ਭਾਰੀ ਜਿਹਾ, ਤਾਂ ਇਹਦੇ ਮੁਰੱਬੇ ਦੇ ਵਿੱਚ 3-4 ਬੂੰਦਾਂ ਤੁਸੀਂ ਅੰਬਰ ਧਾਰੇ ਦੀਆਂ ਪਾ ਕੇ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ 1-2 ਕਲੀ ਤੁਸੀਂ ਲਸਣ ਦੀ ਉਹ ਖਾ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਇਹ। ਫਿਰ ਮਖਾਣੇ ਦੀ ਖੀਰ ਇਹਦੇ ਵਿੱਚ ਚੰਗੀ ਰਹਿ ਜੀ ਦਿਲ ਦੇ ਵਾਸਤੇ, ਮਖਾਣਿਆਂ ਦੀ ਖੀਰ ਜੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਮੇਥੀ ਜਿਹੜੀ ਹੁੰਦੀ ਹੈ 1 ਚਮਚਾ ਸ਼ਹਿਦ ਅਤੇ 1 ਚਮਚਾ ਅੱਧਾ ਚਮਚਾ ਮੇਥੀ ਦਾ ਇਹ ਤੁਸੀਂ ਖਾ ਸਕਦੇ ਹੈਗੇ। ਫਿਰ ਦੇਸੀ ਘੀ ਦੇ ਵਿੱਚ ਥੋੜ੍ਹਾ ਗੁੜ ਜਿਹਾ ਪਿਘਲਾ ਕੇ ਜਿੱਦਾਂ ਛਾਣੀ ਬਣਾਉਂਦੇ ਹੁੰਦੇ ਸੀਗੇ ਉਹ ਖਾ ਸਕਦੇ ਹੈਗੇ, ਇਹ ਵੀ ਆਪਣੇ ਦਿਲ ਨੂੰ ਤਾਕਤ ਦੇ ਦਿੰਦਾ ਜੀ। ਫਿਰ ਅਸਗੰਧ ਅਤੇ ਬਿਹੜਾ ਇਹ ਬਰਾਬਰ ਮਿਲਾ ਕੇ ਇਹ ਤੁਸੀਂ 1 ਚਮਚਾ ਖਾਲੀ ਪੇਟ ਖਾ ਲਿਆ ਕਰੋ, ਇਹ ਵੀ ਦਿਲ ਵਾਸਤੇ ਤਾਕਤ ਦੇਣੇ ਵਾਲਾ ਚੀਜ਼ ਹੈਗੀ ਜੀ। ਫਿਰ ਸਿਓ ਦਾ ਮੁਰੱਬਾ, ਗਾਜਰ ਦਾ ਮੁਰੱਬਾ ਇਹ ਠੀਕ ਹੈਗਾ। ਸ਼ਹਿਦ ਵੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ, ਸ਼ਹਿਦ ਤੁਸੀਂ ਖਾ ਲਿਆ ਕਰੋ। ਫਿਰ ਅਰਜਨ ਛਾਲ ਦੀ ਪਾਊਡਰ ਦਾ ਉਹਦਾ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹਦੇ ਵਿੱਚੋਂ ਤੁਸੀਂ ਦੁੱਧ ਪਾ ਸਕਦੇ ਹੈਗੇ, ਦੁੱਧ ਪਾ ਕੇ ਉਬਾਲ ਕੇ ਜਿਸ ਤਰ੍ਹਾਂ ਆਪਾਂ ਚਾਹ ਬਣਾਉਂਦੇ ਉਸ ਤਰ੍ਹਾਂ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਦਿਲ ਦੀ ਕਮਜ਼ੋਰੀ ਵਾਸਤੇ ਸੁੱਕਾ ਧਨੀਆ ਤੁਸੀਂ ਲੈਣਾ ਹੈਗਾ 12 ਗ੍ਰਾਮ, ਔਲਾ ਸੁੱਕਾ 12 ਗ੍ਰਾਮ, ਧਨੀਆ 6 ਗ੍ਰਾਮ ਇਹ ਤੁਸੀਂ ਲੈ ਕਰੋ। ਚਲੋ ਠੀਕ ਹੈ ਜੀ, ਬਸ ਇੰਨਾ ਹੀ ਸੀ ਪ੍ਰੋਗਰਾਮ ਅੱਜ। ਹਾਂਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ ਤੱਕ ਲਈ ਸਭ